अस्सलाम वालेकुम जी। पैरागॉन आटो यूट्यूब ਦੇ ਦੇਖਣ ਵਾਲੇ ਦੋਸਤਾਂ ਨੂੰ ਖੁਸ਼ ਆਮਦੀਦ। ਮੈਂ ਤੁਹਾਡਾ ਦੋਸਤ ਮੀਆਂ ਰਾਸ਼ਦ ਤੇ ਅੱਜ ਦੇ ਇਸ ਵਲੌਗ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਲੱਗੇ ਆ ਕਿ ਟਰੈਕਟਰਾਂ ਦੇ ਰੇਟ ਜਿਹੜੇ ਆ ਉਹ ਬਿਲਕੁਲ ਉੱਥੇ ਹੀ ਖੜੋਤੇ ਨੇ। ਇਹਨਾਂ ਨੂੰ ਥੋੜਾ ਜਿਹਾ ਵੀ ਹਿਲਾਇਆ ਨਹੀਂ ਗਿਆ, ਥੋੜਾ ਵੀ ਘਟਾਇਆ ਨਹੀਂ ਗਿਆ, ਮਾੜੀ ਜੀ ਵੀ ਜਿਹੜੀ ਆ ਸ਼ਰਮ ਨਹੀਂ ਖਾਦੀ, ਕਿਉਂਕਿ ਮਾਰਕੀਟ ਦੇ ਵਿੱਚ ਗੱਡੀਆਂ ਦੇ ਜਿਹੜੇ ਰੇਟ ਆ ਉਹ ਕਾਫੀ ਜ਼ਿਆਦਾ ਡਾਊਨ ਕਰ ਦਿੱਤੇ ਗਏ ਆ। ਇਹਦੀ ਕੀ ਵਜ੍ਹਾ ਵਾ ਇਸ ਵਲੌਗ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਉਸ ਤੋਂ ਪਹਿਲੇ ਤੁਹਾਨੂੰ ਦੱਸ ਦਈਏ ਕਿ ਅਸੀਂ ਪਹਿਲੇ ਇਸ ਚੈਨਲ ਦੇ ਉੱਤੇ ਮਾਰਕੀਟ ਦੇ ਵਿੱਚ ਜਾ ਕੇ ਤੁਹਾਨੂੰ ਲਾਈਵ ਵੀਡੀਓ ਜਿਹੜੀਆਂ ਦਿਖਾਈ ਦੀਆਂ ਸੀਗੀਆਂ, ਵੀਡੀਓ ਟਰੈਕਟਰਾਂ ਨੂੰ ਮਤਲਬ ਲਾਈਵ ਦਿਖਾਈ ਦੇ ਵਿੱਚ ਟਰੈਕਟਰ ਵੀ ਆਉਂਦੇ ਸੀ ਸਾਡੀ ਵੀਡੀਓ ਦੇ ਵਿੱਚ, ਤੇ ਅੱਜ ਕੱਲ੍ਹ ਉਹ ਨਹੀਂ ਆ ਰਹੇ। ਉਹਦੀ ਵਜ੍ਹਾ ਕੀ ਆ? ਮਾਰਕੀਟ ਦੇ ਵਿੱਚ ਜਦੋਂ ਜਾਈਦਾ ਵਾ ਉੱਥੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ। ਉਹ ਮਖਸੂਸ ਜੀਆਂ ਚੀਜ਼ਾਂ ਵਾ ਜਿਹੜੀਆਂ ਬਾਰ ਬਾਰ ਤੁਹਾਨੂੰ ਦਿਖਾਈਆਂ ਜਾਂਦੀਆਂ ਵਾ, ਤੇ ਉਹ ਕੋਈ ਮਤਲਬ ਸਵਾਦ ਨਹੀਂ ਹੁੰਦਾ। ਤੁਸੀਂ ਵੀ ਕੋਈ ਦਿਲ ਲੱਗੀ ਦੇ ਨਾਲ ਨਹੀਂ ਵਹਿੰਦੇ ਹੈਗੇ, ਤੇ ਕੁਝ ਸਾਨੂੰ ਵੀ ਬਣਾਉਣ ਦੇ ਵਿੱਚ ਪਰੇਸ਼ਾਨੀ ਆ ਰਹੀ ਸੀਗੀ। ਦੂਜਾ ਜਿਹੜਾ ਖੇਤ ਦੇ ਵਿੱਚ ਜਾ ਕੇ ਜ਼ਿਮੀਂਦਾਰਾਂ ਦੀ ਕਵਰੇਜ ਕਿਉਂ ਨਹੀਂ ਕਰਦੇ, ਉਹਦੀ ਵਜ੍ਹਾ ਇਹ ਹੈ ਕਿ ਜ਼ਿਮੀਂਦਾਰ ਅੱਜ ਕੱਲ੍ਹ ਬਹੁਤ ਤਪੇ ਹੋਏ ਨੇ, ਕਿਉਂਕਿ ਕਣਕ ਦੇ ਜਿਹੜੇ ਰੇਟ ਆ ਉਹ ਬਹੁਤ ਜ਼ਿਆਦਾ ਡਾਊਨ ਆ। ਜਦੋਂ ਜ਼ਿਮੀਂਦਾਰ ਨੂੰ ਜਾ ਕੇ ਕਹੀਦਾ ਵਾ ਤਾਂ ਫੁੱਲ ਖਿਲਾਫ ਹੋਇਆ ਹੁੰਦਾ ਹਕੂਮਤ ਦੇ, ਤੇ ਉਹ ਚੜ੍ਹ ਜਾਂਦਾ ਵਾ। ਜਦੋਂ ਚੜ੍ਹ ਜਾਂਦਾ ਤੇ ਉਹ ਅਸੀਂ ਜੇ ਚੈਨਲ ਤੇ ਪਾ ਦਈਏ ਤੇ ਹਕੂਮਤ ਸਾਡੇ ਪਿੱਛੇ ਚੜ੍ਹ ਜਾਂਦੀ ਆ। ਇਸ ਵਜ੍ਹਾ ਤੋਂ ਆਪਾਂ ਉਹ ਵੀ ਨਹੀਂ ਅੱਜ ਕੱਲ੍ਹ ਕਵਰ ਕਰ ਰਹੇ। ਉਹਨਾਂ ਦੀ ਜਿਹੜੀ ਗੱਲਬਾਤ ਆ, ਉਹਨਾਂ ਦਾ ਜਿਹੜਾ ਮਸਲਾ ਉਹ ਆਪਾਂ ਘਰ ਬਹਿ ਕੇ ਵੀਡੀਓ ਬਣਾ ਕੇ ਰੱਖਾਂਗੇ। ਗੌਰਮੈਂਟ ਅੱਗੇ ਵੀ ਰੱਖਾਂਗੇ, ਕਣਕ ਦੇ ਰੇਟਾਂ ਉੱਤੇ ਵੀ ਗੱਲ ਕਰਾਂਗੇ। ਉਸ ਤੋਂ ਪਹਿਲੇ ਆਪਾਂ ਅੱਜ ਕੱਲ੍ਹ ਜਿਹੜਾ ਮਸਲਾ ਵਾ ਉਹ ਇਸ ਵੀਡੀਓ 'ਚ ਸਪੈਸ਼ਲ ਤੁਹਾਨੂੰ ਦੱਸਾਂਗੇ। ਉਹ ਟਰੈਕਟਰਾਂ ਦੇ ਰੇਟਾਂ ਦਾ ਵਾ, ਉਹਦੇ ਉੱਤੇ ਗੱਲ ਕਰਾਂਗੇ ਕਿ ਕਾਰਾਂ ਦੇ ਰੇਟ ਜਿਹੜੇ ਆ ਉਹ ਘਟ ਸਕਦੇ ਆ, ਤੇ ਟਰੈਕਟਰਾਂ ਦਾ ਰੇਟ ਕਿਉਂ ਨਹੀਂ ਘਟਿਆ। ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਇਹ ਆਉਂਦੀ ਆ ਕਿ ਟਰੈਕਟਰਾਂ ਦੇ ਵਿੱਚ ਮੱਦੇ ਮੁਕਾਬਲ ਕੰਪਨੀ ਕੋਈ ਨਹੀਂ ਗੀ। ਜਿਹੜੀ ਇਹਦੇ ਮੱਦੇ ਮੁਕਾਬਲ ਕੰਪਨੀ ਹੁੰਦੀ ਆ, ਉਹਦੇ ਕੁਝ ਚੰਦ ਦੋਸਤ ਐਸੇ ਹੈਗੇ ਆ, ਜਾਂ ਮਤਲਬ ਕਿ ਕੰਪਨੀ ਜਿਹੜੀ ਖੁਦ ਇੱਕ ਜਿਹੜੀ ਸਟੇਬਲ ਆ ਉਹਦੇ ਪੈਰ ਹੀ ਨਹੀਂ ਲੱਗਣ ਦਿੰਦੀ, ਉਹਨੂੰ ਹਿਲਾ ਕੇ ਰੱਖਦੀ ਆ, ਉਹਨੂੰ ਚੰਦ ਦਿਨਾਂ ਤੋਂ ਬਾਅਦ ਫਲਾਪ ਕਰਵਾ ਦਿੰਦੀ ਆ। ਤੇ ਜਦੋਂ ਮੱਦੇ ਮੁਕਾਬਲ ਕੰਪਨੀ ਕੋਈ ਨਹੀਂ ਆਉਣੀ ਮਾਰਕੀਟ ਦੇ ਵਿੱਚ, ਤੇ ਇਸ ਕੰਪਨੀ ਨੂੰ ਫਰਕ ਕੋਈ ਨਹੀਂ ਪੈਣਾ ਹੈਗਾ। ਤੇ ਇਹ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇਵਾਂਗਾ। ਇਹਦੇ ਦਿਲ 'ਚ ਉਹ ਭੁਲੇਖਾ ਵਾ ਵੀ ਮੈਨੂੰ ਕਿਹੜਾ ਕੋਈ ਫਰਕ ਪੈਣਾ, ਜਾਂ ਮੈਨੂੰ ਕਿਹੜਾ ਕੋਈ ਕੁਛ ਕਰ ਸਕਦਾ। ਲੇਕਿਨ ਜਦੋਂ ਮਾੜਾ ਜ਼ਿਮੀਂਦਾਰ ਮਰ ਜਾਣਾ ਵਾ, ਮਾੜੇ ਤਬਕੇ ਦਾ ਜ਼ਿਮੀਂਦਾਰ 90% ਦਰਮਿਆਨੇ ਤੇ ਮਾੜੇ ਤਬਕੇ ਦਾ, ਜਦੋਂ ਇਸ ਜ਼ਿਮੀਂਦਾਰ ਨੇ ਨਹੀਂ ਰਹਿਣਾ, ਇਹਦਾ ਮਤਲਬ ਆ ਫਿਰ ਸਾਰਿਆਂ ਦੀ ਵਾਰੀ ਆਉਣੀ ਆ। ਉਹ ਭਾਵੇਂ ਜਿੰਨਾ ਵੀ ਵੱਡਾ ਵਾ, ਜੋ ਕੁਛ ਵੀ ਆ, ਜਿੰਨਾ ਵੀ ਉਹਨੂੰ ਵਹਿਮ ਆ ਭੁਲੇਖਾ, ਉਹਦਾ ਵਕਤ ਨੇ ਕੱਢ ਕੇ ਰੱਖ ਦੇਣਾ ਵਾ। ਉਹਨੂੰ ਫਿਰ ਵਕਤ ਦੱਸੇਗਾ ਕਿ ਇਹ ਮਾੜੇ ਜ਼ਿਮੀਂਦਾਰ ਨੂੰ ਮਾਰਨ ਦਾ ਨਤੀਜਾ ਕੀ ਹੁੰਦਾ ਵਾ। ਅੱਛਾ, ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਕਾਰਾਂ ਵਾ, ਇਹਨਾਂ ਦੇ ਵਿੱਚ ਮੁਖਤਲਿਫ ਬ੍ਰਾਂਡ ਜਿਹੜੇ 7-8 ਪਾਕਿਸਤਾਨ 'ਚ ਹੈਗੇ ਨੇ। ਜਦੋਂ ਇੱਕ ਕੰਪਨੀ ਥੋੜ੍ਹਾ ਜਿਹਾ ਵੀ ਰੇਟ ਘੱਟ ਕਰਦੀ ਹੈ ਤਾਂ ਦੂਜੀ ਦੀ ਮਜਬੂਰੀ ਬਣ ਜਾਂਦੀ ਹੈ ਰੇਟ ਨੂੰ ਘਟਾਉਣਾ, ਆਪਣੀ ਸੇਲ ਨੂੰ ਬਰਕਰਾਰ ਰੱਖਣ ਦੇ ਲਈ। ਇੱਕ ਕੰਪਨੀ ਥੋੜ੍ਹਾ ਜਿਹਾ ਮਿਆਰ ਚੰਗਾ ਕਰਦੀ ਹੈ ਤਾਂ ਦੂਜੀ ਦੀ ਮਜਬੂਰੀ ਬਣ ਜਾਂਦੀ ਹੈ ਆਪਣੇ ਮਿਆਰ ਨੂੰ ਬਰਕਰਾਰ ਰੱਖਣ ਲਈ, ਤਾਂ ਕਿ ਉਹਦੀ ਸੇਲ 'ਤੇ ਫ਼ਰਕ ਪੈਂਦਾ ਵਾ, ਉਹਦਾ ਮਿਆਰ ਬਿਹਤਰ ਕਰਦੀ ਆ। ਇਸੇ ਤਰ੍ਹਾਂ ਅਸੀਂ ਟਰੈਕਟਰਾਂ ਦੀ ਫੀਲਡ ਦੇ ਵਿੱਚ ਗੱਲ ਕਰੀਏ ਤਾਂ ਟਰੈਕਟਰਾਂ ਦੀ ਪਾਕਿਸਤਾਨ 'ਚ ਜਿਹੜੀ ਸਟੇਬਲ ਕੰਪਨੀ ਆ ਉਹ ਇੱਕ ਹੀ ਹੈਗੀ ਆ, ਤੇ ਉਹ ਮਿਆਰ ਵੀ ਨਹੀਂ ਵਧਾਉਂਦੀ, ਤੇ ਉਹ ਆਪਣੇ ਪੈਸੇ ਜਿਹੜੇ ਆ ਉਹ ਵੀ ਨਹੀਂ ਘਟਾਉਂਦੀ। ਉਹਦੀ ਵਜ੍ਹਾ ਵਾ ਕਿ ਉਹਨੂੰ ਫਰਕ ਕੋਈ ਨਹੀਂ ਪੈਣ ਡਿਆ ਹੈਗਾ। ਉਹ ਜਿਹੜੇ ਥੋੜ੍ਹੇ ਜਿਹੇ ਜ਼ਿਮੀਂਦਾਰ 10% ਐਸੇ ਜ਼ਿਮੀਂਦਾਰ ਵੀ ਇਹਦਾ ਹਿੱਸਾ ਬਣਦੇ ਆ ਇਸ ਸਾਰੇ ਮਾਮਲੇ ਦਾ, ਜਿਹੜੇ ਕਿ ਤਗੜੇ ਜ਼ਿਮੀਂਦਾਰ ਆ, ਜਿਨ੍ਹਾਂ ਕੋਲ ਕੋਈ ਚੰਗੇ ਟਰੈਕਟਰ ਖਲੋਤੇ ਨੇ, ਤੇ ਉਹ ਇਸ ਤੋਂ ਨਹੀਂ ਘਟਣ ਦਿੰਦੇ ਕਿ ਜੇ ਇੱਕ ਵੀ ਮਤਲਬ ਥੋੜ੍ਹੀ ਜਿਹੀ ਕੀਮਤ ਵੀ ਘਟਾਈ ਤਾਂ ਸਾਨੂੰ ਚੰਗਾ ਖਾਸਾ ਫਰਕ ਪੈ ਜਾਣਾ ਵਾ। ਤੇ ਉਹਨਾਂ ਨੂੰ ਮੈਂ ਦੱਸਦਾ ਚੱਲਾਂ, ਜੇ ਜ਼ਿਮੀਂਦਾਰ ਆਮ ਨੂੰ ਟਰੈਕਟਰ ਸਸਤੇ ਨਾ ਲੱਭੇ, ਇਹਨਾਂ ਨੂੰ ਖਾਦਾਂ ਸਪਰੇਆਂ ਸਸਤੀਆਂ ਨਾ ਲੱਭੀਆਂ, ਇਹਨਾਂ ਦੇ ਕਣਕ ਦੇ ਰੇਟ ਚੰਗੇ ਨਾ ਇਹਨਾਂ ਨੂੰ ਮਿਲੇ, ਤੇ ਮਾਰੇ ਇਹਨਾਂ ਨੇ ਜਾਣਾ, ਤੇ ਉਸ ਤੋਂ ਬਾਅਦ ਵਾਰੀ ਤੁਹਾਡੀ ਵੀ ਆ ਜਾਣੀ। ਉਹ ਕਿੱਦਾਂ ਆ ਜਾਣੀ ਆ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਵਾਂ। ਇੱਕ ਘਰ ਸੀਗਾ ਪੈੜੀਆਂ ਦੇ ਵਿੱਚ, ਖੇਤਾਂ 'ਚ, ਤੇ ਮੀਆਂ ਬੀਵੀ ਰਹਿੰਦੇ ਸੀ ਬੜੇ ਖੁਸ਼। ਉਹਨਾਂ ਦੇ ਘਰ ਇੱਕ ਚੂਹਾ ਵੜ ਜਾਂਦਾ ਵਾ। ਚੂਹਾ ਜਿਹੜਾ ਬੀਬੀ ਵਹਿੰਦੀ ਆ, ਤੇ ਬੀਬੀ ਰੌਲਾ ਪਾਉਂਦੀ ਆ, ਮੀਆਂ ਨੂੰ ਤੰਗ ਕਰਦੀ ਆ, ਤੇ ਬੰਦਾ ਜਿਹੜਾ ਉਹ ਕੜਿੱਕੀ ਲੈ ਆਉਂਦਾ ਵੀ ਚੂਹੇ ਨੂੰ ਫੜਦੇ ਆ, ਇਹਨੂੰ ਲਾ ਦਿੰਦੇ ਆ, ਤੇ ਚੂਹਾ ਆਪੇ ਕਾਬੂ ਆ ਜਾਊਗਾ। ਉਹ ਜਦੋਂ ਕੜਿੱਕੀ ਲਾ ਦਿੰਦਾ ਵਾ, ਤੇ ਕੜਿੱਕੀ ਚੂਹਾ ਵੇਖ ਲੈਂਦਾ। ਚੂਹਾ ਜਾ ਕੇ ਬਾਹਰ ਮੁਰਗਾ ਫਿਰਦਾ, ਤੇ ਮੁਰਗੇ ਨੂੰ ਜਾ ਕੇ ਕਹਿੰਦਾ ਵਾ ਵੀ ਮਾਲਕਾਂ ਨੇ ਕੜਿੱਕੀ ਲਾਤੀ, ਇਹਦਾ ਕੋਈ ਹੱਲ ਕਰੀਏ। ਮੁਰਗਾ ਕਹਿੰਦਾ ਆਪਾਂ ਨੂੰ ਇਹਦਾ ਕੀ ਭਾਰ ਆਵੇ, ਤੈਨੂੰ ਹੋਊਗਾ, ਚੂਹੇ ਨੇ ਫਸਣਾ ਕੜਿੱਕੀ ਦੇ ਵਿੱਚ, ਤੇ ਤੂੰ ਜਾ ਕੇ ਆਪਣਾ ਕੋਈ ਹੱਲ ਸੋਚ। ਚੂਹਾ ਵਿਚਾਰਾ ਪਰੇਸ਼ਾਨ, ਤੇ ਅੱਗੇ ਬੱਕਰਾ ਖਲੋਤਾ, ਤੇ ਬੱਕਰੇ ਕੋਲ ਜਾਂਦਾ, ਬੱਕਰੇ ਨੂੰ ਜਾ ਕੇ ਸਾਰੀ ਗੱਲ ਦੱਸਦਾ ਵੀ ਮਾਲਕਾਂ ਨੇ ਯਾਰ ਕੜਿੱਕੀ ਲਾ ਛੱਡੀ ਆ, ਤੇ ਕੋਈ ਮੇਰਾ ਹੱਲ ਸੋਚੋ। ਬੱਕਰਾ ਉਹਨੂੰ ਕਹਿੰਦਾ ਵੀ ਯਾਰ ਕੜਿੱਕੀ ਨਾਲ ਤੇਰਾ ਜੋੜ ਬਣਦਾ, ਸਾਡਾ ਤੇ ਜੋੜ ਨਹੀਂ ਨਾ ਬਣਦਾ ਹੈਗਾ, ਤੇ ਤੂੰ ਪਰੇਸ਼ਾਨ ਹੋ, ਸਾਨੂੰ ਪਰੇਸ਼ਾਨ ਹੋਣ ਦੀ ਕਿਹੜੀ ਲੋੜ ਆ। ਉਹ ਚੂਹਾ ਮਜ਼ੀਦ ਪਰੇਸ਼ਾਨ ਹੁੰਦਾ, ਤੇ ਅੱਗੇ ਬੱਚੇ ਨੂੰ ਜਾ ਕੇ ਗੱਲ ਦੱਸਦਾ ਵਾ, ਕਿਉਂਕਿ ਬੱਚਾ ਹੀ ਉਸ ਘਰ ਦੇ ਵਿੱਚ ਤਕੜਾ ਸੀਗਾ। ਉਹਨੂੰ ਜਾ ਕੇ ਗੱਲ ਦੱਸਦਾ ਕਿ ਯਾਰ ਮੇਰੇ ਨਾਲ ਰਲ ਕੋਈ ਹੱਲ ਸੋਚ, ਅਗਰ ਮੈਂ ਮਰਿਆ ਤੇ ਯਾਰ ਵੀ ਨੁਕਸਾਨ ਹੀ ਹੈ। ਉਹ ਬੱਚਾ ਇਹ ਗੱਲ ਕਹਿੰਦਾ ਯਾਰ ਵੀ ਤੂੰ ਆਪ ਸੋਚ, ਕੜਿੱਕੀ 'ਚ ਮੈਂ ਕਦੀ ਆ ਸਕਦਾ ਵਾਂ? ਉਹਨੇ ਕਿਹਾ ਜੀ ਨਹੀਂ। ਉਹਨੇ ਕਿਹਾ ਫਿਰ ਮੇਰਾ ਕੜਿੱਕੀ ਨਾਲ ਕੀ ਜੋੜ, ਮੈਨੂੰ ਕਿਉਂ ਡਰਾਉਣ ਡਿਆ ਵਾ, ਤੇਰਾ ਮਸਲਾ ਤੂੰ ਜਾ ਕੇ ਹੱਲ ਕਰ ਲਾ ਉਹਨੂੰ। ਗੱਲ ਵੀ ਉਹਦੀ ਸਹੀ ਸੀਗੀ, ਵਾਕਈ ਯਾਰ ਬੱਚੇ ਦਾ ਕੜਿੱਕੀ ਦੇ ਨਾਲ ਜੋੜ ਤੇ ਨਹੀਂ ਬਣਦਾ, ਤੇ ਪਰ ਜਦੋਂ ਰੱਬ ਬਣਾਉਣ ਤੇ ਆਉਂਦਾ ਵਾ ਉਦੋਂ ਨਹੀਂ ਵੇਖਦਾ ਰੱਬ ਵੀ ਇਹ ਬੱਚਾ ਵਾ ਕਿ ਨਹੀਂ। ਅੱਛਾ, ਕਰਨੀ ਰੱਬ ਦੀ ਐਸੀ ਹੋਈ ਵੀ ਰਾਤ ਨੂੰ ਕੜਿੱਕੀ ਦੀ ਆਵਾਜ਼ ਆਈ, ਕੜਿੱਕਦੀ, ਤੇ ਬੀਬੀ ਨੂੰ ਲੱਗਾ ਵੀ ਚੂਹਾ ਗਿਆ ਫਸ। ਬੀਬੀ ਉੱਠ ਕੇ ਗਈ, ਹਨੇਰਾ ਸੀ, ਬੀਬੀ ਨੇ ਜਦੋਂ ਜਾ ਕੇ ਹੱਥ ਮਾਰਿਆ, ਉਹਦੇ 'ਚ ਫਸ ਗਿਆ ਸੀ ਸੱਪ। ਉਹ ਸੱਪ ਬੀਬੀ ਦੇ ਲੜ ਜਾਂਦਾ। ਉਹ ਸੁਬਾਹ ਜਦੋਂ ਹੁੰਦੀ ਆ, 4 ਜੀਆਂ ਨੂੰ ਪਤਾ ਲੱਗਦਾ ਵਾ, ਰਿਸ਼ਤੇਦਾਰਾਂ ਨੂੰ ਪਤਾ ਲੱਗਦਾ, ਉਹਦਾ ਪਤਾ ਪੁਤਾ ਲੈਣ ਆਉਂਦੇ ਜਦੋਂ ਬੀਬੀ ਦਾ,
ਤੇ ਉਹ ਚਾਰ ਜੀ ਜਦੋਂ ਇਕੱਠੇ ਹੁੰਦੇ ਤੇ ਰੋਟੀ ਵੀ ਪਕਾਉਣੀ ਪੈਂਦੀ ਆ। ਹੁਣ ਉਹ ਜਿਹੜਾ ਬੰਦਾ ਸੀ ਉਹਦਾ ਮੀਆਂ ਸੀਗਾ, ਉਹ ਸੋਚਦਾ ਯਾਰ ਵੀ ਇੰਨੇ ਪੈਸੇ ਤੇ ਕੋਈ ਨਹੀਂ, ਚੱਲ ਕੁੱਕੜ ਫਿਰਦਾ, ਕੁੱਕੜ ਨੂੰ ਕਰ ਲੈਂਦੇ ਆ, ਰੋਟੀ ਬਣਾ ਦਿੰਦੇ ਆ, ਪ੍ਰਾਹੁਣਿਆਂ ਨੂੰ ਖਵਾਉਂਦੇ ਆ। ਉਹ ਕੁੱਕੜ ਜਦੋਂ ਫੜ ਰਹੇ ਹੁੰਦੇ ਆ ਤੇ ਚੂਹਾ ਜਿਹੜਾ ਲਾਗੇ ਬੈਠਾ ਹੱਸਣ ਡਿਆ ਹੁੰਦਾ, ਉਹ ਕਹਿੰਦਾ ਸੁਣਾ। ਅੱਛਾ, ਕਰਨੀ ਰੱਬ ਦੀ ਐਸੀ ਵੀ ਬੀਬੀ ਵਾਹਵਾ ਆਪਣਾ ਇਲਾਜ ਲੂਜ ਕਰਵਾਉਂਦੀ ਆ, ਲੇਕਿਨ ਉਹਨੂੰ ਆਰਾਮ ਨਹੀਂ ਹੁੰਦਾ। 4 ਦਿਹਾੜੇ ਲੰਘਦੇ ਆ ਤੇ ਉਹ ਅੱਲਾ ਨੂੰ ਪਿਆਰੀ ਹੋ ਜਾਂਦੀ। ਜਦੋਂ ਉਹ ਅੱਲਾ ਨੂੰ ਪਿਆਰੀ ਹੋ ਜਾਂਦੀ ਆ ਤੇ 4 ਜੀ ਹੁੰਦੇ ਨੇ ਜਨਾਜ਼ੇ ਤੋਂ ਬਾਅਦ ਜੋ ਇਕੱਠੇ ਹੁੰਦੇ ਨੇ, ਤੁਹਾਨੂੰ ਪਤਾ ਬਰਾਦਰੀ ਬਰੂਦਰੀ ਰਿਸ਼ਤੇਦਾਰ ਆਏ ਹੁੰਦੇ ਨੇ, ਤੇ ਰੋਟੀ ਦੀ ਵਾਰੀ ਫਿਰ ਆ ਜਾਂਦੀ। ਜੋ ਰੋਟੀ ਦੀ ਵਾਰੀ ਹੁੰਦੀ ਆ ਤੇ ਬੰਦੇ ਨੂੰ ਖਿਆਲ ਹੁੰਦਾ ਕਿ ਚੱਲ ਬੱਕਰਾ ਖਲੋਤਾ ਵੇ, ਇਹਨੂੰ ਕਰ ਲੈਂਦੇ ਆ। ਉਹ ਬੱਕਰੇ ਦੀ ਵਾਰੀ ਆਈ, ਬੱਕਰਾ ਕਰਕੇ ਖਵਾ ਛੱਡਦਾ ਵਾ। ਹੁਣ ਅਗਲੇ ਦਿਨ ਕੁਲਾਂ ਦਾ ਖਤਮ ਹੁੰਦਾ, ਕੁਲਾਂ ਦੇ ਖਤਮ ਤੇ 4 ਜੀ ਹੋਰ ਵੱਧ ਜਾਂਦੇ ਨੇ, ਕੋਈ ਬਰਾਦਰੀ ਦੀ ਹੁੰਦੇ, ਕੋਈ ਪਿੰਡ ਦੇ ਆ ਜਾਂਦੇ ਨੇ, ਕੋਈ ਰਿਸ਼ਤੇਦਾਰ ਆਏ ਹੁੰਦੇ ਨੇ, 4 ਜੀ ਵੱਧਦੇ ਨੇ। ਤੇ ਹੁਣ ਉਹਨੂੰ ਮਾਲਕ ਨੂੰ ਖਿਆਲ ਹੁੰਦਾ ਰੋਟੀ ਤੇ ਇਹਨਾਂ ਨੂੰ ਖਵਾਉਣੀ ਪੈਣੀ ਆ। ਹੁਣ ਆ ਜਾਂਦੀ ਉਹ ਵੱਛੇ ਦੀ ਵਾਰੀ। ਉਹ ਅੱਛਾ ਕਰਦਾ, ਚੂਹਾ ਲਾਗੇ ਬੈਠਾ ਹੁੰਦਾ, ਹੱਸਣ ਡਿਆ ਹੁੰਦਾ ਨਾਲੇ ਵੀ ਮੈਂ ਤੈਨੂੰ ਕਿਹਾ ਸੀ ਕੋਈ ਰਲ ਕੇ ਹੱਲ ਕਰ ਲੈਂਦੇ। ਜੇ ਰਲ ਕੇ ਕੀਤਾ ਹੁੰਦਾ, ਮੇਰਾ ਕੱਲ ਸੋਚਿਆ ਹੁੰਦਾ ਤੇ ਕੱਲ ਹੀ ਕੜਿੱਕੀ ਦਾ ਕੋਈ ਹੱਲ ਕੀਤਾ ਹੁੰਦਾ, ਮਤਲਬ ਪਿਛਲੇ ਗੁਜ਼ਰੇ ਹੋਏ ਕੱਲ ਦੇ ਵਿੱਚ, ਤੇ ਅੱਜ ਆਹ ਦਿਨ ਤੇ ਨਾ ਵੇਖਣ ਨੂੰ ਆਉਂਦਾ। ਮੈਂ ਵੀ ਬਚ ਜਾਂਦਾ ਤੇ ਤੂੰ ਵੀ ਬਚ ਜਾਂਦਾ। ਮੈਨੂੰ ਤੇ ਫਿਰ ਵੀ ਉਹ ਕਹਿੰਦਾ ਰੱਬ ਨੇ ਬਚਾ ਲਿਆ, ਮੈਨੂੰ ਤੇ ਰੱਖ ਲਿਆ ਤੇ ਤੇਰੀ ਵਾਰੀ ਆ ਗਈ ਹੈ। ਉਹ ਗੱਲ ਇਸ ਤਰ੍ਹਾਂ ਵਾ ਵੀ ਜੇ ਮਾੜਾ ਜ਼ਿਮੀਂਦਾਰ ਜਿਹੜਾ ਵਾ ਇਹ ਨਾ ਰਿਹਾ, ਇਹ ਬਚਿਆ ਨਾ, ਤੇ ਵਾਰੀ ਜਿਹੜੀ ਆ ਉਹ ਵੱਡਿਆਂ ਦੀ ਵੀ ਆ ਜਾਣੀ। ਔਰ ਇਨਸ਼ਾਅੱਲਾ ਇਹ ਪਹਿਲੇ ਆ ਜਾਣੀ ਆ ਵੱਡਿਆਂ ਦੀ ਵਾਰੀ। ਜਿਹੜੇ ਲੋਕ ਮਾੜੇ ਨੂੰ ਮਾਰ ਕੇ ਅੱਜ ਹੱਸਦੇ ਆ ਤੇ ਇਹਨਾਂ ਦੀ ਵਾਰੀ ਪਹਿਲੇ ਆਉਣੀ ਆ। ਤੇ ਮਾੜਾ ਜਿਹੜਾ ਤਬਕਾ ਵਾ, ਜਿਹੜੇ ਮਾੜੇ ਜ਼ਿਮੀਂਦਾਰ ਆ, ਕਿਸਾਨ ਆ, ਇਹਨਾਂ ਨੇ ਫਿਰ ਵੀ ਬਚ ਜਾਣਾ ਔਰ ਇਹਨਾਂ ਨੇ ਜਿਉਂਦੇ ਰਹਿਣਾ ਵਾ। ਇਸ ਤੋਂ ਇਹਨਾਂ ਚੀਜ਼ਾਂ ਦੇ ਉੱਤੇ ਟਾਈਮ ਦੇ ਨਾਲ ਗਵਰਨਮੈਂਟ ਨੂੰ ਵੀ ਜਿਹੜੀ ਆ ਖਿਆਲ ਕਰਨ ਦੀ ਲੋੜ ਆ ਕਿ ਇਹਦੇ ਉੱਤੇ ਤਵੱਜਾ ਕਰਨ। ਇਹਨਾਂ ਨੂੰ ਖਾਦ ਸਪਰੇਅ ਜਿਹੜੀ ਆ ਉਹ ਥੋੜ੍ਹੇ ਘੱਟ ਰੇਟਾਂ 'ਤੇ ਦੇਣ। ਠੀਕ ਆ, ਜੇ ਤੁਸੀਂ ਕਣਕ ਦੇ ਰੇਟ ਘਟਾਉਣੇ ਆ ਤਾਂ ਤੁਸੀਂ ਪਹਿਲੇ ਉਹਨਾਂ ਨੂੰ ਖਾਦ ਸਪਰੇਅ ਤੇ ਪਾਣੀ ਦੇ ਜਿਹੜੇ ਰੇਟ ਆ ਉਹ ਘਟਾਏ ਜਾਣ, ਤਾਂ ਕਿ ਉਹਨਾਂ ਨੂੰ ਸਸਤੀ ਪੈਦਾਵਾਰ ਮਿਲੇ। ਉਸ ਤੋਂ ਬਾਅਦ ਜਿਹੜੇ ਅਜਨਾਸ ਦੇ ਰੇਟ ਆ ਉਹਦੇ ਉੱਤੇ ਕੰਮ ਕੀਤਾ ਜਾਵੇ।